ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਕਿਹਾ ਕਿ ਅਗਰ ਸਾਨੂੰ ਭਾਰਤ ਦੀ ਸਰਕਾਰ ਖਾਲਿਸਤਾਨ ਦੇ ਦੇਵੇਗੀ ਤੇ ਅਸੀਂ ਲੈ ਲਾਂਗੇ। ਔਰ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਜਦੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਬਹੁਤ ਡਰਦੇ ਨੇ ਔਰ ਬੜਾ ਬੇਤੁਕੀਆਂ ਦਲੀਲਾਂ ਤੇ ਬੜੇ ਆਪ ਹੁਦਰੇ ਬਿਆਨ ਦਿੰਦੇ ਨੇ ਘਬਰਾਹਟ ਵਿੱਚ ਆ ਕੇ, ਕਿਉਂਕਿ ਜਦੋਂ ਤੁਸੀਂ ਮਨ ਤੋਂ ਸੱਚੀ ਗੱਲ ਨਹੀਂ ਕਹਿ ਰਹੇ, ਬਨੌਟੀ ਗੱਲ ਕਹਿੰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਧੋਖਾ ਖਾਓ। ਜਾਇਦਾਦਾਂ ਉੱਜੜ ਗਈਆਂ, ਕਤਲੋ ਗਾਰਤ ਹੋਈ, ਲਾਸ਼ਾਂ ਡਿੱਗੀਆਂ ਔਰ ਬਹੁਤ ਵੱਡੀ ਤਾਦਾਦ ਵਿੱਚ, ਸ਼ਾਇਦ ਐਡਾ ਵੱਡਾ ਹੋਲੋਕੌਸਟ ਕਦੀ ਆਮ ਇਤਿਹਾਸ ਵਿੱਚ ਨਹੀਂ ਦੇਖਣ ਨੂੰ ਮਿਲਿਆ। ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਚੁੱਕੇ, ਚਾਹੇ ਉਹ ਤਾਮਿਲਨਾਡੂ ਸੀ, ਚਾਹੇ ਉਹ ਕੇਰਲਾ ਸੀ, ਚਾਹੇ ਉਹ ਆਂਧਰਾ ਪ੍ਰਦੇਸ਼ ਸੀ। ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਨਹੀਂ ਬਣਾਉਣਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬਹੁਤ ਅਹਿਮ ਮਸਲੇ ਤੇ ਗੱਲ ਕਰਨੀ ਹੈ, ਜਿਹੜਾ ਸਾਡੇ ਸੂਬੇ ਦੇ ਨਾਲ, ਸਾਡੀ ਕੌਮ ਦੇ ਨਾਲ, ਸਾਡੇ ਭਵਿੱਖ ਦੇ ਨਾਲ ਜੁੜਿਆ ਹੋਇਆ ਵਾ। ਔਰ ਉਹ ਮਸਲਾ ਹੈ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਵਿਖੇ, ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਜਿਹੜੇ ਸਮਾਗਮ ਹੋਏ ਹਰ ਸਾਲ ਦੀ ਤਰ੍ਹਾਂ ਦੇ, ਜੋ ਹਮਲਾ ਹੋਇਆ ਸੀ 1984 ਉਸ ਨੂੰ ਲੈ ਕੇ, ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੀ ਮੈਂ ਤਕਰੀਰ ਸੁਣੀ ਆ। ਬਹੁਤ ਬਾਦਲੀਲ ਉਹਨਾਂ ਦੀ ਤਕਰੀਰ ਸੀਗੀ ਔਰ ਉਹਨਾਂ ਦਾ ਜਿਹੜਾ ਪੱਤਰਕਾਰਾਂ ਦੇ ਨਾਲ ਜਿਹੜੀ ਸੀਗੀ ਇੰਟਰੋਡਕਸ਼ਨ ਤੇ ਗੱਲਬਾਤ ਸੀ, ਉਹ ਵੀ ਮੈਂ ਸੁਣੀ। ਪੱਤਰਕਾਰ ਉਹਨਾਂ ਨੂੰ ਦੁਬਾਰਾ ਪੁੱਛ ਰਹੇ ਸੀ, ਕੁਝ ਪੱਤਰਕਾਰ, ਕਿ ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਕੀ ਤੁਹਾਡਾ ਵਿਚਾਰ ਹੈ। ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਕਿਹਾ ਕਿ ਅਗਰ ਸਾਨੂੰ ਭਾਰਤ ਦੀ ਸਰਕਾਰ ਖਾਲਿਸਤਾਨ ਦੇ ਦੇਵੇਗੀ ਤੇ ਅਸੀਂ ਲੈ ਲਾਂਗੇ। ਇਸ ਗੱਲ ਦੇ ਉੱਤੇ ਫਿਰ ਬਹੁਤ ਬਵਾਲ ਉੱਠਿਆ, ਬਹੁਤ ਸਾਰੇ ਟੈਲੀਵਿਜ਼ਨ ਸਟੂਡੀਓਜ਼ ਵਿੱਚ ਡਿਬੇਟਸ, ਡਿਸਕਸ਼ਨਸ ਹੋਏ। ਔਰ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਜਦੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਬਹੁਤ ਡਰਦੇ ਨੇ, ਬਹੁਤ ਘਬਰਾਉਂਦੇ ਨੇ ਔਰ ਬੜਾ ਬੇਤੁਕੀਆਂ ਦਲੀਲਾਂ ਤੇ ਬੜੇ ਆਪ ਹੁਦਰੇ ਬਿਆਨ ਦਿੰਦੇ ਨੇ ਘਬਰਾਹਟ ਵਿੱਚ ਆਣ ਕੇ, ਕਿਉਂਕਿ ਜਦੋਂ ਤੁਸੀਂ ਮਨ ਤੋਂ ਸੱਚੀ ਗੱਲ ਨਹੀਂ ਕਹਿ ਰਹੇ, ਬਨੌਟੀ ਗੱਲ ਕਹਿੰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਧੋਖਾ ਖਾਓਗੇ। ਮੈਂ ਖਾਲਿਸਤਾਨ ਦਾ ਹਮਾਇਤੀ ਨਹੀਂ ਗਾ, ਮੈਂ ਕੋਈ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ, ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਦਲੀਲ ਦਿੱਤੀ, ਇੱਕ ਵਿਤਕਰੇ ਦੀ ਦਾਸਤਾਨ ਗਣਾਈ ਉਹਨਾਂ ਨੇ ਪੂਰੀ, ਕਿਸ ਤਰ੍ਹਾਂ ਜਿਹੜੇ ਸਿੱਖ ਸੀਗੇ ਪੰਜਾਬੀ, ਸਭ ਤੋਂ ਵੱਡਾ ਖਮਿਆਜ਼ਾ ਉਹਨਾਂ ਨੇ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਬਟਵਾਰਾ ਹੋਇਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੇ ਤੇ ਪੰਜਾਬੀਆਂ ਨੇ ਉਠਾਇਆ। ਜਾਇਦਾਦਾਂ ਉੱਜੜ ਗਈਆਂ, ਕਤਲੋ ਗਾਰਤ ਹੋਈ, ਲਾਸ਼ਾਂ ਡਿੱਗੀਆਂ ਔਰ ਬਹੁਤ ਵੱਡੀ ਤਾਦਾਦ ਵਿੱਚ, ਸ਼ਾਇਦ ਐਡਾ ਵੱਡਾ ਹੋਲੋਕੌਸਟ ਕਦੀ ਆਮ ਇਤਿਹਾਸ ਵਿੱਚ ਨਹੀਂ ਦੇਖਣ ਨੂੰ ਮਿਲਿਆ। ਪਰ ਉਹਨਾਂ ਨੇ ਭਾਰਤ ਦਾ ਸਾਥ ਦੇਣ ਦਾ ਨਿਰਣੇ ਲਿਆ। ਔਰ ਇਸ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਚੱਲ ਰਹੀ ਸੀ ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਗਈ ਕਿ ਸਭ ਤੋਂ ਵੱਡਾ ਯੋਗਦਾਨ ਵੀ ਉਸ ਵਕਤ ਬਹਾਦਰ ਪੰਜਾਬੀਆਂ ਤੇ ਸਿੱਖਾਂ ਨੇ ਪਾਇਆ। ਆਪਾਂ ਭਗਤ ਸਿੰਘ ਹੋਣਾ ਦੀ, ਸੁਖਦੇਵ ਰਾਜਗੁਰੂ ਦੀ ਗੱਲ ਜਾਣਦੇ ਹਾਂ, ਕਰਨੈਲ ਸਿੰਘ ਈਸੂਰੀ ਦੀ ਕੁਰਬਾਨੀ ਜਾਣਦੇ ਹਾਂ। ਕਿੱਥੇ ਗੋਆ, ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਚੁੰਮੇ, ਦੂਰ ਦਰਾਡੇ ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ, ਭਾਰਤ ਆਜ਼ਾਦ ਹੋ ਗਿਆ। ਸਾਰੇ ਸੂਬਿਆਂ ਨੂੰ, ਇਹ ਗਿਆਨੀ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਸਾਰੇ ਸੂਬਿਆਂ ਨੂੰ ਆਪਣੀ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾਉਣ ਦਾ ਅਧਿਕਾਰ ਮਿਲ ਗਿਆ, ਚਾਹੇ ਉਹ ਤਾਮਿਲਨਾਡੂ ਸੀ, ਚਾਹੇ ਉਹ ਕੇਰਲਾ ਸੀ, ਚਾਹੇ ਉਹ ਆਂਧਰਾ ਪ੍ਰਦੇਸ਼ ਸੀ। ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਨਹੀਂ ਬਣਾਉਣ ਦਿੱਤਾ। ਫਿਰ ਸਾਡੇ ਪੁਰਖਿਆਂ ਨੇ ਮੋਰਚਾ ਲਾਉਣਾ ਪਿਆ, ਜਦੋਜਹਿਦ ਕਰਨੀ ਪਈ, ਕੁਰਬਾਨੀਆਂ ਦੇਣੀਆਂ ਪਈਆਂ। ਬਹੁਤ ਮੁਸ਼ਕਿਲ ਦੇ ਨਾਲ 1966 ਦੇ ਵਿੱਚ ਅੱਜ ਜਿਹੜਾ ਪੰਜਾਬ ਜਿਸ ਸ਼ਕਲ ਵਿੱਚ ਉਹ ਸਾਨੂੰ ਪੰਜਾਬ ਮਿਲਿਆ, ਪਰ ਮਿਲਿਆ ਲੰਗੜਾ ਲੂਲਾ। ਸਾਡੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਬਾਹਰ ਕਰ ਦਿੱਤੀ ਗਈ। ਜਿਸ ਹਰਿਆਣੇ ਨੇ ਕੋਈ ਜਦੋਜਹਿਦ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ ਸੂਬੇ ਦੀ, ਉਹਨਾਂ ਨੂੰ ਆਟੋਮੈਟਿਕਲੀ ਸੂਬਾ ਮਿਲ ਗਿਆ। ਜਿਸ ਹਿਮਾਚਲ ਪ੍ਰਦੇਸ਼ ਨੇ ਕਦੀ ਸਟੇਟ ਦੀ ਮੰਗ ਨਹੀਂ ਕੀਤੀ, ਉਹਨਾਂ ਨੂੰ ਸ਼ਿਮਲੇ ਦੀ ਰਾਜਧਾਨੀ ਵੀ ਮਿਲ ਗਈ ਤੇ ਉਹਨਾਂ ਨੂੰ ਸੂਬਾ ਵੀ ਮਿਲ ਗਿਆ। ਸਾਡੀ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ।
ਔਰ ਇੱਥੇ ਬਸ ਨੇ ਛੇਤੀ ਉਸ ਵਕਤ ਦੀ ਭਾਰਤ ਦੀ ਸਰਕਾਰ ਨੇ ਯੂਨੀਲੈਟਰਲੀ ਪਾਣੀਆਂ ਦਾ ਅਵਾਰਡ ਕਰ ਦਿੱਤਾ। ਸਾਡੇ ਦਰਿਆਈ ਪਾਣੀ ਜਿਹੜੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਨੂੰ ਛਿੱਕੇ ਤੇ ਟੰਗ ਕੇ ਉਹ ਸਾਰੇ ਪਾਣੀ ਚੱਕ ਕੇ ਬਹੁਤ ਵੱਡੀ ਤਾਦਾਦ 'ਚ ਮਿਲੀਅਨ ਏਕੜ ਫੁੱਟਾਂ ਦੇ ਵਿੱਚ MAF ਦੇ ਵਿੱਚ ਰਾਜਸਥਾਨ ਨੂੰ ਦੇ ਦਿੱਤੇ, ਹਰਿਆਣੇ ਨੂੰ ਦੇ ਦਿੱਤੇ, ਦਿੱਲੀ ਨੂੰ ਦੇ ਦਿੱਤੇ। ਇਹ ਕੋਈ ਛੋਟਾ ਵਿਤਕਰਾ ਨਹੀਂ ਸੀਗਾ। ਇਹ ਸਾਨੂੰ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਸਤੇ ਤੇ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਵਿੱਚ ਆਉਣ ਵਾਸਤੇ ਤੇ ਇਸ ਦੇਸ਼ ਦਾ ਸਾਥ ਦੇਣ ਵਾਸਤੇ, ਇਹਦਾ ਭਵਿੱਖ ਬਣਾਉਣ ਵਾਸਤੇ ਸਾਨੂੰ ਪਹਿਲਾ ਤੋਹਫਾ ਦਿੱਤਾ ਗਿਆ। ਪਰ ਸਿੱਖ ਤੇ ਬਹਾਦਰ ਪੰਜਾਬੀ ਕਦੀ ਪਿੱਛੇ ਨਹੀਂ ਹਟੇ, ਚਾਹੇ ਉਹ 71 ਦੀ ਜੰਗ ਸੀ ਪਾਕਿਸਤਾਨ ਦੇ ਨਾਲ, ਚਾਹੇ ਉਹ ਚੀਨ ਦੇ ਨਾਲ ਜੰਗ ਸੀਗੀ, ਚਾਹੇ ਹੁਣ ਤਾਜ਼ੀਆਂ ਕਾਰਗਿਲ ਦੀਆਂ ਜੰਗਾਂ ਸੀ। ਸਭ ਤੋਂ ਜ਼ਿਆਦਾ ਫਿਰ ਮੋਰੇ ਹੋ ਕੇ ਪੰਜਾਬੀਆਂ ਨੇ ਲੜਾਈਆਂ ਲੜੀਆਂ ਔਰ ਫਿਰ ਉਹਨਾਂ ਦੇ ਹੀ ਜਿਹੜੇ ਸਰੀਰ ਸੀਗੇ ਖਫਨਾਂ ਦੇ ਵਿੱਚ ਉਹਨਾਂ ਦੇ ਪਿੰਡਾਂ ਵਿੱਚ ਪਹੁੰਚੇ, ਪਰ ਫਿਰ ਵੀ ਉਹ ਪਿੱਛੇ ਨਹੀਂ ਹਟੇ। ਪਾਣੀਆਂ ਦੇ ਇਸ ਕਾਣੀ ਵੰਡ ਤੋਂ ਬਾਅਦ, ਇਸ ਵਿਤਕਰੇ ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਜਿਹੜਾ 1984 'ਚ ਹਮਲਾ ਹੋਇਆ, ਉਹ ਐਕਸੈਸਿਵ ਯੂਜ਼ ਆਫ ਫੋਰਸ ਸੀ। ਸਾਰੀ ਸਰਕਾਰ ਨੂੰ ਪਤਾ ਸੀਗਾ ਕਿ ਉਦੋਂ ਸ਼ਹੀਦੀ ਪੁਰਬ ਚੱਲ ਰਹੇ ਨੇ, ਬਹੁਤ ਵੱਡੀ ਤਾਦਾਦ ਵਿੱਚ ਸ਼ਰਧਾਲੂ, ਸਾਰੇ ਔਰਤਾਂ, ਬੱਚੇ, ਬਜ਼ੁਰਗ ਦਰਬਾਰ ਸਾਹਿਬ ਦੇ ਅੰਦਰ। ਹਫ਼ਤਾ ਵੇਟ ਵੀ ਕਰ ਸਕਦੀ ਸੀ ਸਰਕਾਰ, ਲੇਕਿਨ ਸ਼ਾਇਦ ਐਂ ਲੱਗਦਾ ਕਿ ਉਹਨਾਂ ਨੇ ਉਹੀ ਦਿਨ ਚੁਣੇ ਔਰ ਇੱਕ ਬਹੁਤ ਵੱਡਾ ਤੋਪਾਂ ਤੇ ਟੈਂਕਾਂ ਦੇ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਅਕਾਲ ਤਖਤ ਸਾਹਿਬ ਤਾਂ ਢੱਟ ਗਿਆ, ਪਰ ਵਿਚਾਰਧਾਰਾ ਨਹੀਂ ਢੱਠੀ। ਸ਼ਾਇਦ ਇਹ ਜਾਣਦੇ ਨਹੀਂ ਗੇ। ਇੱਦਾਂ ਤਾਂ ਫਿਰ ਕਈ ਵਾਰ ਨਸਲਕੁਸ਼ੀ, ਘੱਲੂਘਾਰੇ ਹੋਏ ਸਿੱਖਾਂ ਦੇ, ਮੁਗਲਾਂ ਨੇ, ਅਬਦਾਲੀਆਂ ਨੇ, ਦੁਰਾਨੀਆਂ ਨੇ। ਸਾਡੇ 2 ਵੱਡੇ ਘੱਲੂਘਾਰੇ ਇਤਿਹਾਸ ਵਿੱਚ ਦਰਜ ਨੇ। ਹਜ਼ਾਰਾਂ ਦੀ ਤਾਦਾਦ ਵਿੱਚ ਬੇਗੁਨਾਹ ਬੱਚਿਆਂ ਤੇ ਔਰਤਾਂ ਨੂੰ ਮਾਰਤਾ ਸੀਗਾ, ਪਰ ਇੱਦਾਂ ਤਾਂ ਸਿੱਖ ਨਹੀਂ ਸੀ ਮੁੱਕੇ। ਉਸ ਤੋਂ ਬਾਅਦ 1984 ਦੇ ਨਵੰਬਰ ਦੇ ਵਿੱਚ ਫਿਰ ਇੱਕ ਵਾਰ ਸਿੱਖ ਕੌਮ ਦਾ ਕਤਲੇਆਮ ਹੋਇਆ, ਹਜ਼ਾਰਾਂ ਦੀ ਤਾਦਾਦ ਵਿੱਚ। ਮੈਂ ਹੁਣ ਉਹਦੇ 'ਚ ਸ਼ਬਦ ਨਹੀਂ ਵਰਤਣਾ ਚਾਹੁੰਦਾ। ਬਲਾਤਕਾਰ, ਟਾਇਰ ਪਾ ਕੇ ਵਗੈਰਾ ਵਗੈਰਾ ਸਭ ਕੁਝ ਕੀਤਾ ਗਿਆ। ਤਾਂ ਮੈਂ ਆਪਣੇ ਆਗੂਆਂ ਨੂੰ ਪੁੱਛਣਾ ਚਾਹੁੰਦਾ ਵਾਂ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਆ, ਤੁਸੀਂ ਬਾਦਲੀਲ ਦੇਖੋ, ਸਾਡੇ ਨਾਲ ਇੱਕ ਵਿਤਕਰਾ ਦੀ ਦਾਸਤਾਨ ਹੈ। ਮੈਂ ਤਾਂ ਸਿਰਫ ਭਾਰਤ ਸਰਕਾਰ ਤੋਂ, ਜਿਹੜੇ ਅੱਜ ਰਾਜ ਕਰਦੇ ਨੇ ਦੇਸ਼ ਵਿੱਚ, ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਇਹ ਨੌਬਤ ਕਿਉਂ ਆ ਰਹੀ ਹੈ। ਜਿਹੜੀ ਕੌਮ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਹਿੱਸਾ ਪਾਉਂਦੀ ਹੈ, ਬਾਰਡਰਾਂ ਤੇ ਰਾਖੀ ਕਰਦੀ ਹੈ, ਖੇਡਾਂ ਵਿੱਚ ਸਭ ਤੋਂ ਅੱਗੇ ਜਾਂਦੀ ਹੈ, ਹਰ ਗੱਲ ਵਿੱਚ, ਬਲਕਿ ਮੈਂ ਭੁੱਲ ਚੱਲਿਆ ਸੀਗਾ, ਅਨਾਜ ਵਿੱਚ ਯੋਗਦਾਨ ਪਾਇਆ। ਜਦੋਂ ਸਾਰਾ ਦੇਸ਼ ਭੁੱਖਾ ਸੌਂਦਾ ਸੀ, ਪੰਜਾਬ ਨੇ ਸਾਰੇ ਦੇਸ਼ ਦਾ ਅਨਾਜ ਦਾ ਢਿੱਡ ਭਰਿਆ। ਅੱਜ ਉਹ ਆਪ ਭੁੱਖੇ ਨੇ ਕਿਸਾਨ। ਤੇ ਭਾਰਤ ਸਰਕਾਰ ਨੇ ਕਦੀ ਇਹ ਨਹੀਂ ਸੋਚਿਆ ਕਿ ਜਿਹੜੀ ਕੌਮ ਸਾਡੇ ਲਈ ਲੜਦੀ ਆ, ਜੂਝਦੀ ਆ, ਮਰਦੀ ਆ, ਘਰ ਉਜਾੜ ਕੇ ਆਉਂਦੀ ਆ, ਇਹਨਾਂ ਤੇ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਇੱਕ ਕਮਿਟਮੈਂਟ ਸੀਗੀਆਂ ਉਸ ਵਕਤ ਦੇ ਕਾਂਗਰਸ ਦੇ ਲੀਡਰਸ, ਪੰਡਤ ਜਵਾਹਰ ਲਾਲ ਨਹਿਰੂ ਹੋਣਾ ਨੇ ਜਦੋਂ ਸਿੱਖਾਂ ਨੂੰ ਵੂ ਕੀਤਾ, ਸਾਡੀ ਜਿਹੜੀ ਉਸ ਵਕਤ ਦੀ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਜੀ, ਉਹਨਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀਗਾ ਕਿ ਜਦੋਂ ਤੁਸੀਂ ਸਾਡੇ ਨਾਲ ਆਓਗੇ, ਅਸੀਂ ਤੁਹਾਡੀ ਆਰਥਿਕ ਤਰੱਕੀ ਦਾ ਧਿਆਨ ਰੱਖਾਂਗੇ, ਤੁਹਾਡੀ ਧਾਰਮਿਕ ਪਰਪੱਕਤਾ ਤੇ ਆਜ਼ਾਦੀ ਦਾ ਧਿਆਨ ਰੱਖਾਂਗੇ, ਤੇ ਤੁਹਾਨੂੰ ਜਿਹੜਾ ਹੈਗਾ ਇਸ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਊਗਾ। ਤੇ ਆਹ ਮਾਣ ਸਤਿਕਾਰ ਦੀ ਦਾਸਤਾਨ ਤਾਂ ਤੁਹਾਨੂੰ ਮੈਂ ਹੁਣੇ ਹੀ ਗਿਣਾਤੀ, ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਸਾਥੀਆਂ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਦੇ, ਕੁਝ ਲੋਕ ਤਾਂ ਇਹ ਵੀ ਕਹਿ ਗਏ ਘਬਰਾਹਟ ਵਿੱਚ ਆਣ ਕੇ ਕਿ ਕਿਸੇ ਘਰ ਵਿੱਚ, ਪਰਿਵਾਰ 'ਚ ਪੈਦਾ ਹੋਣਾ ਮੇਰਾ ਕਸੂਰ ਨਹੀਂ ਸੀ। ਉਹ ਆਪਣੇ ਪੈਦਾ ਹੋਣ ਤੇ ਵੀ ਕੀ ਕਹਿੰਦੇ ਹੋ ਰਹੇ ਕਿ ਕਿਵੇਂ ਕਹਿ ਸਕਦਾ, ਪੈਦਾ ਹੋਣ ਤੇ ਵੀ ਉਹਨੂੰ ਪਛਤਾਤਾਪ ਹੋ ਰਿਹਾ ਵਾ। ਕੁਝ ਸਾਡੇ ਹੋਰ ਵਿਦਵਾਨ ਆਗੂ ਨੇ ਜਿਹੜੇ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੈਕੂਲਰ ਹਾਂ, ਅਸੀਂ ਨੈਸ਼ਨਲਿਸਟ ਹਾਂ, ਅਸੀਂ ਖਾਲਿਸਤਾਨ ਦੀ ਮੰਗ ਦੇ ਉਲਟ ਹਾਂ। ਮੈਂ ਬਿਲਕੁਲ ਸਪੋਰਟ ਨਹੀਂ ਕਰਦਾ, ਨਾ ਮੈਂ ਕੋਈ ਵਾਇਲੈਂਸ ਸਪੋਰਟ ਕਰਦਾ, ਪਰ ਮੈਨੂੰ ਇੱਕ ਗੱਲ ਦੱਸਿਓ, ਹੁਣ ਖਾਲਿਸਤਾਨ ਕੋਈ ਗੱਲ ਕਰੇ ਤਾਂ ਐਡਾ ਵੱਡਾ ਵਿਵਾਦ, ਸ਼ੋਰ, ਸਾਰੇ ਟੈਲੀਵਿਜ਼ਨ ਦੇ ਉੱਤੇ ਡਿਬੇਟ ਚੈਨਲ ਤੇ ਗਾਲੀ ਗਲੋਚ, ਤੇ ਸਾਡੇ ਆਗੂ ਵੀ ਵਿਚਾਰੇ ਇੰਨੇ ਡਰ ਜਾਂਦੇ ਨੇ ਇਹ ਨਾ 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 ਅਸੀਂ ਤਾਂ ਬਹੁਤ ਵੱਡੇ ਸੈਕੂਲਰ ਹਾਂ, ਅਸੀਂ ਨੈਸ਼ਨਲਿਸਟ ਹਾਂ। ਤੇ ਜਦੋਂ ਇਸ ਦੇਸ਼ ਦੇ ਵਿੱਚ ਜ਼ਿੰਮੇਵਾਰ ਪਾਰਟੀਆਂ, BJP, RSS, ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿੰਮੇਵਾਰ ਆਗੂ, ਕਈ ਵਾਰ ਮੈਂਬਰ ਪਾਰਲੀਮੈਂਟ, ਉਹ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਇਸੇ ਦੇਸ਼ ਵਿੱਚ, ਕੀ ਉਹ ਵੱਖਵਾਦੀ ਏਜੰਡਾ ਨਹੀਂ ਗਾ? ਕੀ ਉਹ ਇਸ ਦੇਸ਼ ਨੂੰ ਕੀ ਕਹਿੰਦੇ ਹੁੰਦੇ, ਅਲੱਗਵਾਦੀ ਏਜੰਡਾ ਨਹੀਂ ਗਾ? ਕੀ ਉਹ ਇਸ ਦੇਸ਼ ਨੂੰ ਤੋੜਨ ਦੇ, ਕਿਉਂਕਿ ਇਸ ਦੇਸ਼ ਵਿੱਚ ਭਾਂਤ-ਭਾਂਤ ਦੇ ਧਰਮ ਨੇ, ਬਹੁਤ ਸਾਰੀਆਂ ਮਾਈਨੋਰਿਟੀਜ਼ ਨੇ,
जैनी ने, बोधी ने, ईसाई ने, मुसलमान ने, सिख ने, दलित ने, कि उन्होंने कोई हकूक नहीं गा। वो राष्ट्रवाद, हिंदू राष्ट्रवाद की गल करन ते वो फिर भी नैशनलिस्ट ने, ते जे कोई उठ के माड़ा जा टिप्पणी भी कर दे, सपोर्ट नहीं करता, वो कहता चंगा जे भारत सरकार दिंदी है तो असीं लै लांगे, क्योंकि किस नूं अपना घर चंगा नहीं लगता। साडा तां पिछोकड़ रहा वा महाराजा रणजीत सिंह दा आज़ाद सिख राज, तुसीं सारे जानदे हो, मैनूं कहण दी लोड़ नहीं। 40 साल गोल्डन पीरियड आ इस एशियाई मुल्कां दी जिहड़ी इतिहास है। सब नूं मान दिता उन्होंने, उन्होंने तोपखाने विच पठान सी, मुगल सीगे, उन्होंने जिहड़े फौजी जरनैल सीगे वो फ्रेंच जनरल सीगे, उन्होंने जिहड़े फॉरेन मिनिस्टर से वो फकीर अजीजुद्दीन पाकिस्तान के सीगे मुसलमान, उन्होंने जिहड़े ट्रेजरर सीगे वो साडे सत्कारयोग हिंदू वीरां नूं, उन्होंने दीवान साहब उन्होंने दिता सी मान सत्कार। ऑफकोर्स सिख तो उन्होंने फौजां दे जनरल सीगे। वो इस तरह का राज है, एक भी व्यक्ति नूं उदों कैपिटल पनिशमेंट नहीं हुई, एक भी बंदे नूं फांसी का कोई सज़ा नहीं दी गई। सर्व धर्म, सारिया धर्मां का मान सत्कार किया। तो मैं तो सिर्फ अपने वीरां नूं कहना चाहुंदा वां कि इन्ने डरदे क्यों तुसीं? हाँ, दलील नाल गल करो। आ सारियां जिहड़ियां गल्लां ज्ञानी हरप्रीत सिंह जी अकाल तख्त के जथेदार ने गिनाईयां, ये गिनाउण। मैनूं श्रोमणी अकाली दल ते भी थोड़ा अफसोस आ कि तुसीं तां यारो एक सिखां दी जमात सी, अपने पुरखियां ने गुरुद्वारा साहब जो आज़ाद कराए, महंतां नाल लड़ाइयां लड़ियां, उत्थों पैदा होए तुसीं, गुरुद्वारा लहर चों श्रोमणी अकाली दल बनिया। मोर्चे, धर्म युद्ध का मोर्चा, कपूरी का मोर्चा, पंजाबी सूबे का मोर्चा, चाबियां का मोर्चा, किन्ने मोर्चे लाए, किन्नियां ने शहादतां दित्तियां। तुसीं भी डरदे हो, तुसीं सगों उन्हां नूं पूरी दलील दे के जिहड़ी जथेदार साहब ने दित्ती, वो समझाओ कि साडे नाल वितकरा हो रहा, तां यह बेचैनी हो रही है। जिहड़ा 2020 का भी शोर मचा सी, जो मैं लीडर ऑफ ऑपोजिशन सीगा, मैं इसे तरीके नाल दलील दित्ती सीगी। हले सुणदे कोई नहीं गए इंटरव्यू विचार, पहला इल्जाम ये वखवादी है, ये अतवादी है। तो जिहड़ा अतवाद स्टेट स्पॉन्सर्ड टेररिज्म साडे दे उत्ते कहर मचाया गया, जिहड़ा हज़ारां की तादाद विच बेगुनाह औरतां, बच्चियां, बजुर्गां नूं 1984 दे विच ना सिर्फ दिल्ली बल्कि सारे देश दे विच कतलो गारत किया गया, वो स्टेट स्पॉन्सर्ड टेररिज्म नहीं सीगा। मैं वायलेंस के हक च नहीं गा, मैं खिलाफ है। पर जो इंडिविजुअल वायलेंस करते हैं ना, उन्होंने वास्ते अपने कोल मशीन है, अपने कोल संविधान है, अपने कोल कोर्ट ने, अपने कोल कचहरियां, अपने कोल पुलिस है, सज़ा दो उन्होंने। तो जो उही काम स्टेट जी कि ऑर्गेनाइज्ड एक पावर है, जो उही लोगों को बेदोशियां नूं मारन ते उतर आवे, उसनूं अतवाद नहीं कहते तो की होर कहते हैं। सुमेध सिंह सैनी, KPS गिल, JF रिबेरो, जिहड़े लोगों ने झूठे पुलिस मुकाबले में चक के अपने सिख नौजवान बच्चों को मारिया, उन्होंने अतवादी नहीं कहोगे तो होर की कहोगे दसो। और 36 साल अज तक कोई इंसाफ नहीं होया कि कोई है किसी को जवाब। और मैनू अफसोस ना कहना पैंदा, साडे अकाली वीर, साडे आम आदमी दे, साडे उन्होंने यही जोर लगा रहिंदा कि असी सैकुलर हाँ, असी नैशनलिस्ट हाँ, साडी पार्टी सारे धर्मां दा सत्कार करदी, करना चाहिए वा। पर इन्ना डरदे क्यों, इन्ना घबराउंदे क्यों? हले भी सानू सर्टिफिकेट देना पऊगा भारत विच रहण वास्ते कि असी देश भगत हैं। इन्ना कुछ करन तो बाद, इन्नियां कुर्बानियां, इन्ने फांसियां, भगत सिंह वर्गे बहादुर योधे अनेकां ने, हले मैं गिना नहीं सकता क्योंकि समा इजाजत नहीं दिंदा। सारा इस देश का अनाज का भंडार भर दिता, बॉर्डर के उत्ते राखी कर दी, स्पोर्ट्स नंबर 1 के उत्ते लै गए मिल्खा सिंह जी वर्गे, और होर बहुत सारे हॉकी के साडे खिडारी अज की डेट में। प्रगट सिंह बैठे ने जलंधर के MLA, इन्होंने जो जाके बाहर झंडा झूलदा ओलंपिक्स के विच, ते साडी भारत की शान बनती है ना। पर फिर भी सानू ये हले सर्टिफिकेट देना पैंदा वा कि असीं नैशनलिस्ट हाँ। जिहड़े सुमेध सिंह सैनी, इन्होंने कोई सर्टिफिकेट नहीं, बंदे भी मार देन। KPS गिल साहब, JF रिबेरो, दिल्ली विच पुलिस की हाज़री विच, राजधानी दे विच एडे वड्डे पद्धर ते कतलोगारत हो जाए, उन्होंने लोगों को कोई सर्टिफिकेट नहीं देना पैंदा। इसलिए मेरे वीरो, इसे करके असीं कहने हैं कि सानूं खेतरी पार्टी की लोड़ है। श्रोमणी अकाली दल साडी बेस्ट पार्टी सीगी, अनफॉर्चुनेटली साडे जो इस परिवार के हत्थ में आ गई, उन्होंने सारा उसका एजेंडा खत्म कर दिता। वह जिहड़ा
ਜਿਹੜੇ ਸਾਡੇ ਸੂਬੇ ਦੇ ਸਾਡੇ ਕੌਮ ਦੇ ਇੰਟਰਸਟ ਸੀਗੇ ਉਹਨਾਂ ਨੂੰ ਕੰਪਰੋਮਾਈਜ਼ ਕਰਤਾ ਸਿਰਫ ਸੱਤਾ ਵਿੱਚ ਰਹਿਣ ਵਾਸਤੇ, ਥੋੜਾ ਬਹੁਤਾ ਵਪਾਰ ਚਲਾਉਣ ਵਾਸਤੇ, ਥੋੜਾ ਬਹੁਤਾ ਧਨ ਦੌਲਤ ਇਕੱਠਾ ਕਰਨ ਵਾਸਤੇ। ਜੇ ਅੱਜ ਫਰਜ਼ ਕਰੋ ਪੰਜਾਬ ਦੇ ਵਿੱਚ ਜੈਨੂਅਨ ਰੀਜਨਲ ਪਾਰਟੀ ਹੋਵੇ ਜਿਹੜੀ ਆਹ 10 ਗੱਲਾਂ ਜਿਹੜੇ ਵਿਤਕਰੇ ਹੋਏ ਨੇ ਤੇ 10 ਗੱਲਾਂ ਜਿਹੜੇ ਸਾਡੇ ਪੰਜਾਬ ਨੂੰ ਇਸ ਵਕਤ ਚੁਣੌਤੀਆਂ ਦਰਪੇਸ਼ ਨੇ, ਚਾਹੇ ਉਹ ਡਰੱਗਸ ਦੀ ਹੈ, ਚਾਹੇ ਉਹ ਆਰਥਿਕ ਸੰਕਟ ਦੀ ਹੈ, ਚਾਹੇ ਉਹ ਐਜੂਕੇਸ਼ਨ ਦੀ ਹੈ, ਚਾਹੇ ਉਹ ਹੈਲਥ ਕੇਅਰ ਦੀ ਹੈ, ਚਾਹੇ ਉਹ ਕਰਪਸ਼ਨ ਦੀ ਹੈ, ਚਾਹੇ ਉਹ ਜਿਹੜੀਆਂ ਸਾਨੂੰ ਕਿਸਾਨਾਂ ਦੀ ਆਤਮ ਹੱਤਿਆ, ਚਾਹੇ ਉਹ ਦਲਿਤਾਂ ਦੀਆਂ ਨੇ, ਚਾਹੇ ਉਹ ਗੁਰਬਤ ਦੀ, ਚਾਹੇ ਉਹ ਮਿਡਲ ਕਲਾਸ ਦੀ, ਚਾਹੇ ਇੰਡਸਟਰੀ ਦੀ ਹੈ। 10 ਗੱਲਾਂ ਤੋਂ ਜ਼ਿਆਦਾ ਨਹੀਂ ਗਈਆਂ। ਕੀ ਅਸੀਂ ਪੰਜਾਬ ਦੇ ਵਿੱਚ ਐਡੇ ਨਾ ਅਹਿਲ ਤੇ ਨਲਾਇਕ ਬੰਦੇ ਆ ਪੰਜਾਬ ਦੇ ਵਿੱਚ ਕਿ 3.25 ਕਰੋੜ ਆਬਾਦੀ ਚੋਂ ਸਾਡੇ ਕੋਲ 5, 7, 10 ਬੰਦੇ ਚੰਗੇ ਨਹੀਂ ਗੇ ਜਿਹੜੇ ਪੰਜਾਬ ਨੂੰ ਆਪਣੀ ਅਗਵਾਈ ਕਰ ਸਕਣ? ਔਰ ਇਹ ਜਿਹੜਾ ਮੈਂ ਅੱਜ ਤੁਹਾਨੂੰ ਇਹ ਗੱਲ ਦਿੱਤਾ, ਮੈਂ ਉਦਾਹਰਨ ਦੇ ਰਿਹਾ ਕਿ ਕਿਸ ਤਰ੍ਹਾਂ ਮੂੰਹ ਲੈ ਕੇ ਭੱਜਦੇ ਨੇ ਦੂਜੀਆਂ ਪਾਰਟੀਆਂ ਵਾਲੇ, ਕਿਉਂਕਿ ਉਹਨਾਂ ਨੇ ਉੱਥੇ ਵੀ ਵੋਟਾਂ ਲੈਣੀਆਂ ਨੇ। ਕਾਂਗਰਸ ਨੇ ਵੀ ਹਰਿਆਣੇ, ਦਿੱਲੀ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਵੋਟਾਂ ਲੈਣੀਆਂ ਨੇ। ਦੇ ਕੈਨੋਟ ਸਪੀਕ ਫॉर द ਇੰਟਰਸਟ ਆਫ ਪੰਜਾਬ ਦ ਵੇ ਦੈਟ ਪੰਜਾਬ ਲੀਡਰਸ ਕੈਨ ਸਪੀਕ ਹੇਅਰ ਇਨ ਪੰਜਾਬ। ਇਹੀ ਗੱਲ ਹੁਣ ਆਮ ਆਦਮੀ ਪਾਰਟੀ ਤੇ ਵੀ ਲੱਗੂ। ਭਗਵੰਤ ਸਿੰਘ ਮਾਨ ਦਾ ਜਾਂ ਤਾਂ ਇਹਨਾਂ ਲੋਕਾਂ ਨੂੰ ਪਿਛੋਕੜ ਨਹੀਂ ਪਤਾ, ਜਾਂ ਇਹਨਾਂ ਨੇ ਕੋਈ ਇਤਿਹਾਸ ਨਹੀਂ ਪੜ੍ਹਿਆ ਚੰਗੀ ਤਰ੍ਹਾਂ ਨਾਲ ਕਿ ਸਾਡੇ ਨਾਲ ਕੀ ਕੀ ਵਾਪਰਿਆ ਤੇ ਸਾਡੇ ਪੁਰਖਿਆਂ ਦੀਆਂ ਕੀ ਕੀ ਕੁਰਬਾਨੀਆਂ ਸੀ। ਇਹਨੇ ਪੜ੍ਹਿਆ ਨਹੀਂ ਚੱਜ ਨਾਲ। ਇੰਨੇ ਘਬਰਾਹਟ ਵਿੱਚ ਆਣ ਕੇ ਬੀਬੀ ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਨੂੰ ਹੀ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਤਲੰਜਲੀ ਦੇ ਦਿੱਤੀ। ਔਰ ਹੋਰ ਵੀ ਇਹਨਾਂ ਦੇ ਕੁਝ ਆਗੂ ਬੋਲਦੇ ਨੇ। ਠੀਕ ਹੈ, ਗੁੱਡ ਗਵਰਨੈਂਸ ਹੋਣੀ ਚਾਹੀਦੀ ਹੈ। ਮੰਨ ਲਿਆ ਕਿ ਐਜੂਕੇਸ਼ਨ ਤੇ ਹਸਪੀਟਲ ਜਿੱਦਾਂ ਦਿੱਲੀ ਦੇ ਵਿੱਚ ਬਣਨੇ, ਸਾਡੇ ਵੀ ਬਣਨੇ ਚਾਹੀਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਜੇ ਤੁਹਾਡੀ ਇਸ ਦਸਤਾਰ ਦਾ ਸਤਿਕਾਰ ਨਹੀਂ, ਜੇ ਤੁਹਾਡੇ ਬੱਚੇ ਮਹਿਫੂਜ਼ ਨਹੀਂਗੇ, ਜੇ ਤੁਹਾਡੇ ਬੱਚਿਆਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ 36 ਸਾਲ ਪੁਲਿਸ ਵਾਲੇ ਬਚ ਸਕਦੇ ਨੇ, ਜੇ ਤੁਹਾਡਾ ਮਾਣ ਸਤਿਕਾਰ ਨਹੀਂਗਾ, ਜੇ ਤੁਹਾਡੀ ਇੰਡੀਪੈਂਡੈਂਸ ਨਹੀਂਗੀ, ਜੇ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਨਹੀਂਗਾ, ਫਰੀडम ਆਫ ਲੈਂਗੁਏਜ ਨਹੀਂਗੀ, ਤੇ ਉੱਥੇ ਤੁਸੀਂ ਕੀ ਕਰ ਸਕਦੇ? ਐ ਤਾਂ ਫਿਰ ਜੇ ਸੜਕਾਂ ਬਣਾਉਣੀਆਂ ਹੁੰਦੀਆਂ, ਸਕੂਲ ਬਣਾਉਂਦੇ ਹੁੰਦੇ, ਡਿਸਪੈਂਸਰੀਆਂ, ਤੇ ਅਫਗਾਨਿਸਤਾਨ ਅਮਰੀਕਾ ਕੋਲੋਂ ਜੋ ਮਰਜ਼ੀ ਬਣਵਾ ਲੈਂਦਾ, ਫਿਰ ਨਾਲ ਲੜਦਾ ਉਹਨਾਂ ਦੇ ਨਾਲ। ਲੜ ਕੇ ਪਹਿਲਾਂ ਰਸ਼ੀਆ ਨਾਲ ਲੜੇ, ਰਸ਼ੀਆ ਟੁੱਟ ਗਿਆ। ਹੁਣ ਅਮਰੀਕਾ ਮਿੰਟਾਂ ਕੱਢ ਕੇ ਤਾਲਿਬਾਨ ਦੀਆਂ, ਮੈਂ ਕਿਸੇ ਦਾ ਸਪੋਰਟਰ ਨਹੀਂਗਾ, ਮਾਈਂਡ ਯੂ, ਮੈਂ ਵਾਇਲੈਂਸ ਨੂੰ ਸਪੋਰਟ ਨਹੀਂ ਕਰਦਾ, ਪਰ ਉਹਨਾਂ ਨੇ ਆਪਣੀ ਆਈਡੈਂਟਿਟੀ ਨੂੰ ਬਚਾਉਣ ਵਾਸਤੇ ਅਫਗਾਨਿਸਤਾਨ ਨੇ ਅਮਰੀਕਾ ਵਰਗੇ ਸਭ ਤੋਂ ਤਾਕਤਵਰ ਸ਼ਕਤੀ ਦੇ ਨਾਲ ਲੜਾਈ ਲੜੀ, ਕਈ ਦਹਾਕੇ ਲੜੀ। ਔਰ ਹੁਣ ਅਮਰੀਕਾ ਜਾਨ ਬਚਾ ਕੇ ਉਸੇ ਤਾਲਿਬਾਨ ਦੇ ਨਾਲ ਸਮਝੌਤਾ ਕਰਕੇ ਤੇ ਫੋਰਸਿਸ ਨੂੰ ਵਿਡਰਾ ਕਰ ਰਿਹਾ। ਕਿਉਂ ਕਰ ਰਿਹਾ ਅਫਗਾਨਿਸਤਾਨ? ਉਹਨਾਂ ਨੂੰ ਵੀ ਸਕੂਲ ਚੰਗੇ ਲੱਗਦੇ ਨੇ, ਉਹਨਾਂ ਨੂੰ ਵੀ ਹਸਪਤਾਲ ਤੇ ਡਿਸਪੈਂਸਰੀਆਂ ਤੇ ਮਾੜੇ ਮੋਟੇ ਮੁਹੱਲਾ ਕਲੀਨਿਕ ਚੰਗੇ ਲੱਗਦੇ ਨੇ, ਪਰ ਜਿੱਥੇ ਉਹਨਾਂ ਦੀਆਂ ਔਰਤਾਂ ਦਾ ਬਲਾਤਕਾਰ ਕਰਨ ਬਾਹਰਲੇ ਦੇਸ਼ਾਂ ਦੇ ਆਣ ਕੇ ਫੌਜੀ, ਡੂ ਯੂ ਥਿੰਕ ਦੇ ਵਿਲ ਐਵਰ ਐਗਰੀ ਟੂ ਸੋ ਕਾਲਡ ਫੇਕ ਡਿਵੈਲਪਮੈਂਟ? ਔਰ ਵੈਸੇ ਵੀ ਦੱਸਣਾ ਮੈਨੂੰ 70 ਸਾਲਾਂ ਦੇ ਵਿੱਚ, ਚਲੋ ਪੰਜਾਬ ਨੂੰ ਤਾਂ ਛੱਡ ਦਿਓ, ਤੁਸੀਂ ਕਹਿੰਦੇ ਕਿ ਪੰਜਾਬ ਮਾੜੀ ਲੀਡਰਸ਼ਿਪ ਦੇ ਹੱਥ ਵਿੱਚ ਸੀਗਾ, ਮੈਨੂੰ ਦੱਸ ਦਿਓ ਬਾਕੀ ਦੇਸ਼ ਵਿੱਚ ਕਿੰਨੀ ਕੁ ਪੁਖਤਾ ਡਿਵੈਲਪਮੈਂਟ ਹੋਈ ਆ। ਸੋ ਸਾਡਾ ਮੰਨਣਾ ਵਾ ਕਿ ਡਿਵੈਲਪਮੈਂਟ ਚਾਹੀਦੀ ਆ, ਪਰ ਡਿਵੈਲਪਮੈਂਟ ਦੇ ਨਾਲ ਤੁਹਾਡਾ ਮਾਣ ਸਤਿਕਾਰ, ਤੁਹਾਡੀ ਹਿਫਾਜ਼ਤ, ਤੁਸੀਂ ਇਸ ਦੇਸ਼ ਵਿੱਚ 1 ਨੰਬਰ ਦੇ ਨਾਗਰਿਕ ਹੋਵੋ। ਹਾਲੇ ਤੱਕ ਸਾਨੂੰ ਜਿਹੜਾ ਸੁਨੇਹਾ ਦਿੱਤਾ ਗਿਆ ਨਾ, ਉਹ ਸਾਨੂੰ ਸੈਕੰਡ ਰੇਟ ਸਿਟੀਜ਼ਨ ਦਾ ਦਿੱਤਾ ਗਿਆ। ਸੈਕੰਡ ਰੇਟ ਸਿਟੀਜ਼ਨ ਕਹਿੰਦੇ ਨੇ ਲੋਕੀ, ਡਰਦੇ ਨੇ। ਬਾਦਲ ਸਾਹਿਬ ਵੀ ਡਰਨਗੇ, ਕੈਪਟਨ ਸਾਹਿਬ ਵੀ ਡਰਨਗੇ। ਮੈਨੂੰ ਪਤਾ ਵਾ ਕਿ ਇਸ ਤਰ੍ਹਾਂ ਦੀ ਗੱਲ ਕਰਕੇ ਤੁਹਾਡੇ ਤੇ ਮੁਕੱਦਮਾ ਦਰਜ ਕੀਤਾ ਜਾ ਸਕਦਾ ਵਾ, ਪਰ ਜੇ ਆਪਾਂ ਦੱਸਾਂਗੇ ਹੀ ਨਹੀਂ ਦੁਨੀਆ ਨੂੰ, ਜੇ ਸਾਡੇ ਦੇਸ਼ ਦੀ ਸਰਕਾਰ ਨੂੰ ਅਸੀਂ ਯਾਦ ਹੀ ਨਹੀਂ ਕਰਾਵਾਂਗੇ ਕਿ ਸਾਡੇ ਨਾਲ ਤੁਸੀਂ ਵਾਅਦੇ ਕੀ ਕੀਤੇ ਸੀਗੇ, ਤੇ ਹੁਣ ਤੁਸੀਂ ਪਿਛਲੇ 72 ਸਾਲ ਵਿੱਚ ਸਾਡੇ ਨਾਲ ਤੁਹਾਡਾ ਰਵੱਈਆ ਕੀ ਆ, ਤੇ ਫਿਰ ਕੌਣ ਕਵੇਗਾ ਮੇਰੇ ਵੀਰੋ ਗੱਲ ਇਹ? ਇਸ ਲਈ ਮੇਰੇ ਪੰਜਾਬ ਦੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਨਾ ਘਬਰਾਓ, ਇਸ ਤਰ੍ਹਾਂ ਨਾਲ ਬਾਦਲੀਲ ਗੱਲ ਕਰੋ, ਆਰਗੂਮੈਂਟ ਕਰੋ, ਹਾਂ ਗਾਲੀ ਗਲੋਚ ਨਾ ਕਰੋ, ਆਪਣਾ ਪੱਖ ਠੀਕ ਰੱਖੋ, ਔਰ ਕਿਸੇ ਦੇ ਧਰਮ ਦੇ ਖਿਲਾਫ ਨਾ ਬੋਲੋ। ਸਾਨੂੰ ਤਾਂ ਵੈਸੇ ਹੀ ਨਹੀਂ ਸਿਖਾਇਆ ਗਿਆ। ਸਰਬੱਤ ਦਾ ਭਲਾ ਗੁਰੂ ਸਾਹਿਬ ਸਾਨੂੰ ਕੁੱਟ ਕੇ ਭਰ ਕੇ ਗਏ ਨੇ, ਤਾਈਓ ਤਾਂ ਸਿੱਖ ਜਿਹੜੇ ਨੇ ਉਹ ਸਿਰੀਆ 'ਚ ਵੀ ਫਿਰੀ ਜਾਂਦੇ ਨੇ। ਜਿੱਥੇ ਦੁਨੀਆ ਦੇ ਵਿੱਚ ਕਿਤੇ ਮਾਇਨਮਾਰ ਦੇ ਵਿੱਚ ਹੁਣੇ ਰੋਹਿੰਗਾਸ ਦਾ, ਮਾਈਨੋਰਿਟੀਜ਼ ਦਾ ਬਲਾਤਕਾਰ ਹੋਏ ਔਰਤਾਂ ਦੇ, ਉੱਥੇ ਪਹੁੰਚੇ ਹੋਏ ਸੀਗੇ ਸਿੱਖ ਮਦਦ ਕਰਨ ਵਾਸਤੇ। ਕੇਰਲਾ ਵਿੱਚ ਫਲੱਡਸ ਆਉਣ, ਵੈਸਟ ਬੰਗਾਲ ਵਿੱਚ ਸਾਈਕਲੋਨ ਆਵੇ, ਮਾਈਗ੍ਰੇਂਟ ਲੇਬਰ ਤੁਰ ਕੇ ਜਾਂਦੀ ਹੋਵੇ, ਬਿਹਾਰ ਵਿੱਚ ਜਿੱਥੇ ਸਰਕਾਰਾਂ ਫੇਲ ਹੋਈਆਂ, ਉੱਥੇ ਉਸ ਗੁਰੂ ਸਾਹਿਬ ਦੀ ਦਿੱਤੀ ਹੋਈ ਵਿਚਾਰਧਾਰਾ ਦੇ ਅਨੁਸਾਰ ਸਿੱਖਾਂ ਨੇ, ਪੰਜਾਬੀਆਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਬਿਲਕੁਲ,
मैं ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਕਰਕੇ ਖਤਮ ਕਰਨ ਲੱਗਿਆ। ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੋਇਆ ਨਾ, ਮੇਰੇ ਪਿਤਾ ਜੀ ਵੀ ਅਕਾਲੀ ਦਲ ਵਿੱਚ ਸੀ ਉਸ ਵੇਲੇ, ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੋਇਆ, ਇਸੇ ਤਰ੍ਹਾਂ ਹੀ ਜਿੱਦਾਂ ਹੁਣ ਡਰਾਉਂਦੇ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਬਿਆਨ ਤੇ ਡਿਬੇਟਸ ਹੋ ਗਏ, ਅੱਤਵਾਦੀ, ਵੱਖਵਾਦੀ, ਅਲੱਗਵਾਦੀ, ਇੱਦਾਂ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਗੈਰ ਕਿਸੇ ਨੇ ਪੜ੍ਹਨ ਤੋਂ, ਇਹ ਤਾਂ ਐਂਟੀ ਨੈਸ਼ਨਲ ਰੈਜ਼ੋਲੂਸ਼ਨ ਹੈ, ਇਹ ਤਾਂ ਦੇਸ਼ ਨੂੰ ਤੋੜਨ ਵਾਲਾ ਰੈਜ਼ੋਲੂਸ਼ਨ ਹੈ। ਤੇ ਮੇਰੇ ਵੀਰੋ, ਅਨੰਦਪੁਰ ਸਾਹਿਬ ਦਾ ਮਤਾ ਤਾਂ ਗੂਗਲ ਤੇ ਅਵੇਲੇਬਲ ਹੈ, ਪੜ੍ਹ ਉਹਦੇ ਵਿੱਚ ਕੀ ਹੈਗਾ। ਉਹਦੇ 'ਚ ਸਿਰਫ ਵੱਧ ਅਧਿਕਾਰਾਂ ਦੀ ਗੱਲ ਕੀਤੀ ਗਈ, ਸਟੇਟਸ ਦੀ, ਉਹਦੇ 'ਚ ਫੈਡਰਲ ਢਾਂਚੇ ਦੀ ਗੱਲ ਕੀਤੀ ਗਈ ਸੀ, ਤਾਂ ਕਿ ਹਰ ਸੂਬਾ ਪ੍ਰਫੁੱਲਤ ਹੋ ਸਕੇ। ਅੱਜ ਦੀ ਡੇਟ ਵਿੱਚ ਸਾਨੂੰ ਵੱਧ ਅਧਿਕਾਰ ਤਾਂ ਕੀ ਦੇਣੇ ਸੀਗੇ, ਹੌਲੀ ਹੌਲੀ ਸਾਡੇ ਅਧਿਕਾਰ ਕੱਟਦੇ ਅੱਜ ਸਾਡੇ ਕੋਲ ਸਭ ਕੁਝ ਚਲੇ ਗਿਆ ਸੈਂਟਰ ਦੇ ਕੋਲ। ਆ ਜਿਹੜਾ ਹੁਣ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦੀ ਕੁੱਕੜ ਲੜਾਈ ਹੁੰਦੀ ਨਾ GST ਨੂੰ ਲੈ ਕੇ, ਇਹ GST ਸਾਡਾ ਅਖੀਰਲਾ ਵਿੱਤੀ ਅਧਿਕਾਰ ਸੀਗਾ, ਜਿਹੜਾ ਕੇਂਦਰ ਦੀ ਸਰਕਾਰ ਨੇ GST ਬਣਾ ਕੇ ਸਾਡੇ ਕੋਲ ਵਿੱਤੀ ਅਧਿਕਾਰ ਵੀ ਖੋਲੇ। ਅਸਲ ਵਿੱਚ ਸਟੇਟਸ ਜਿਹੜੀਆਂ ਨੇ ਉਹ ਹੁਣ ਗਲੋਰੀਫਾਈਡ ਮਿਊਨਿਸਪੈਲਿਟੀਜ਼ ਨੇ, ਜਿੱਦਾਂ ਮਿਊਨਿਸਪਲ ਕਮੇਟੀਆਂ ਹੁੰਦੀਆਂ ਜਿਹਨਾਂ ਕੋਲ ਕੋਈ ਅਧਿਕਾਰ ਨਹੀਂਗਾ। ਤਾਈਓ ਸਾਡੇ ਤੇ ਕਰਜ਼ਾ ਚੜ ਰਿਹਾ, ਕਿਉਂਕਿ ਸਾਨੂੰ ਅਸੀਂ ਟੈਕਸ ਹੀ ਨਹੀਂ ਇਕੱਠਾ ਕਰ ਸਕਦੇ, ਅਸੀਂ ਆਪਣੇ ਰਿਸੋਰਸਿਸ ਨਹੀਂ ਇਕੱਠੇ ਕਰ ਸਕਦੇ, ਔਰ ਸਾਡੀਆਂ ਨੀਤੀਆਂ ਬਣੀਆਂ ਬਣਾਈਆਂ ਦਿੱਲੀੋਂ ਆਉਂਦੀਆਂ। ਸਰਵ ਸਿੱਖਿਆ ਅਭਿਆਨ ਦਿੱਲੀੋਂ, ਰੂਰਲ ਹੈਲਥ ਮਿਸ਼ਨ ਦਿੱਲੀੋਂ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਿੱਲੀੋਂ, ਲੇਬਰ ਦੀ ਮਨਰੇਗਾ ਸਕੀਮ ਦਿੱਲੀੋਂ। ਕਦੀ ਹੋ ਸਕਦਾ ਵਾ ਕਿ ਜਿਹੜੀ ਚੀਜ਼ ਕੇਰਲਾ, ਤਾਮਿਲਨਾਡੂ ਤੇ ਆਂਧਰਾ 'ਚ ਲਾਗੂ ਹੁੰਦੀ ਆ, ਉਹੀ ਗੱਲ ਪੰਜਾਬ 'ਚ ਲਾਗੂ ਹੋ ਜਾਵੇਗੀ। ਪੈਸੇ ਵੇਸਟ ਹੋ ਰਹੇ ਨੇ, ਬਰਬਾਦ ਹੋ ਰਹੇ ਨੇ। ਸੋ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੁਝ ਵੀ ਐਂਟੀ ਨੈਸ਼ਨਲ ਨਹੀਂ ਸੀਗਾ, ਪਰ ਇੱਦਾਂ ਹੀ ਡਰਾ ਕੇ ਟੀਵੀਜ਼ ਨੇ, ਮੀਡੀਆ ਅਨਫੋਰਚੂਨੇਟਲੀ, ਆਈ ਐਮ ਸੌਰੀ ਟੂ ਸੇ, ਬਗੈਰ ਸਮਝੇ ਦੇਖੇ ਇੰਨਾ ਡਰਾਇਆ ਕਿ ਸਾਡੇ ਅਕਾਲੀ ਦਲ ਦੇ ਆਗੂ ਅਨੰਦਪੁਰ ਦੇ ਮਤੇ ਨੂੰ ਹੀ ਛੱਡ ਗਏ। ਉਸ ਮਤੇ ਵਿੱਚ ਅੱਜ ਵੀ ਅੱਛੀ ਤਰ੍ਹਾਂ ਦੇਖ ਲਓ, ਉਹਨਾਂ ਨੇ ਕਿਹਾ ਸੀਗਾ ਸ਼ਾਇਦ 4 ਡਿਪਾਰਟਮੈਂਟਸ ਗਵਰਨਮੈਂਟ ਆਫ ਇੰਡੀਆ ਰੱਖੇ, ਡਿਫੈਂਸ, ਕਮਿਊਨੀਕੇਸ਼ਨ, ਫਾਈਨੈਂਸ ਐਂਡ ਇੱਕ ਹੋਰ ਸੀਗਾ ਕੋਈ ਸ਼ਾਇਦ ਐਕਸਟਰਨਲ ਅਫੇਅਰਸ। ਬਾਕੀ ਸਾਰੇ ਮਹਿਕਮੇ ਸਟੇਟਾਂ ਨੂੰ, ਅਮਰੀਕਾ ਦੇ ਵਿੱਚ ਸਾਰੀਆਂ ਸਟੇਟਾਂ ਨੂੰ ਅਧਿਕਾਰ ਹੈ, ਸਟੇਟਾਂ ਨੂੰ ਨਹੀਂ, ਕਾਉਂਟੀਜ਼ ਨੂੰ, ਜ਼ਿਲ੍ਹਿਆਂ ਨੂੰ ਆਪਣਾ ਅਧਿਕਾਰ ਹੈ, ਆਪਣਾ ਮੇਅਰ ਚੁਣ ਲੈਂਦੇ ਨੇ, ਆਪਣੀ ਪੁਲਿਸ ਲਾ ਲੈਂਦੇ ਨੇ। ਦੇਖ ਲਓ ਕਿੱਥੇ ਪਹੁੰਚਿਆ ਹੋਇਆ ਦੇਸ਼। ਇਸ ਲਈ ਮੇਰੇ ਸਾਰੇ ਵੀਰਾਂ ਨੂੰ ਅੱਜ ਦੇ ਇਸ ਬਹੁਤ ਸੰਜੀਦਾ ਸਬਜੈਕਟ ਤੇ ਮੇਰੀ ਬੇਨਤੀ ਹੈ, ਇੱਕ ਤਾਂ ਪੰਜਾਬ ਦੇ ਆਗੂਆਂ ਨੂੰ ਕਿ ਇੱਦਾਂ ਡਰ ਕੇ, ਘਬਰਾ ਕੇ ਭੱਜੋ ਨਾ, ਦਲੀਲ ਪੇਸ਼ ਕਰੋ, ਆਪਣੇ ਹਕੂਕ ਮੰਗੋ, ਜੋ ਸਾਡੇ ਨਾਲ ਵਿਤਕਰਾ ਹੋਇਆ ਉਸ ਦਾ ਇਨਸਾਫ ਮੰਗੋ। ਤੇ ਦੂਸਰਾ ਹੈਗਾ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਵਾ, ਮੈਂ ਕਿਸੇ ਪਾਰਟੀ ਵਿਸ਼ੇਸ਼ ਨੂੰ ਨਹੀਂ ਕਹਿ ਰਿਹਾ, ਸਾਰੀਆਂ ਹੀ ਪਾਰਟੀਆਂ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਕਿ ਦੇਖੋ ਤਾਂ ਸਹੀ ਤੁਸੀਂ ਕੀ ਕੁਝ ਕੀਤਾ ਸਾਡੇ ਨਾਲ। ਇਹਦੇ ਬਾਵਜੂਦ ਵੀ ਸਿੱਖ ਜਿਹੜੇ ਨੇ, ਉਹ ਪੰਜਾਬੀ ਨੇ, ਉਹ ਇਸ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਅੱਗੇ ਹਿੱਸਾ ਪਾ ਰਹੇ। ਇਹ ਸਮਾਂ ਮੰਗਦਾ ਕਿ 36 ਸਾਲ ਪਹਿਲਾਂ ਹੋਇਆ ਬੇਇਨਸਾਫੀ, ਉਸ ਨੂੰ ਸੈਟ ਰਾਈਟ ਕਰ ਦਿਓ। ਕੁਛ ਵੀ ਨਹੀਂਗਾ ਕੰਮ, ਕੁਛ ਵੀ ਨਹੀਂਗਾ। ਗਵਰਨਮੈਂਟਾਂ ਚਾਹੁਣ ਇਹ ਹਫ਼ਤਿਆਂ ਮਹੀਨਿਆਂ ਦਾ ਕੰਮ ਹੈ ਸਜ਼ਾ ਦੇਣੀ। ਇਸ ਲਈ ਇੱਕ ਤਾਂ ਉਹ ਠੀਕ ਕਰੋ ਤੇ ਇੱਕ ਸਟੇਟਾਂ ਨੂੰ ਉਹਨਾਂ ਦੇ ਅਧਿਕਾਰ ਵਾਪਸ ਦਿਓ। ਤੁਸੀਂ ਜੰਮੂ ਕਸ਼ਮੀਰ ਜਿਹੜਾ ਬਿੱਲ ਪਾਸ ਕੀਤਾ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਕੋਈ। ਤੁਸੀਂ ਦੱਸੋ ਕਿੰਨਿਆਂ ਨੇ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ, ਬਾਹਰਲਿਆਂ ਨੇ ਜਾ ਕੇ ਉੱਥੇ ਪ੍ਰੋਪਰਟੀਜ਼ ਤੇ ਜ਼ਮੀਨਾਂ ਲੈ ਰਹੀਆਂ ਨੇ, ਲਈਆਂ ਕਿਸੇ ਨੇ? ਤੁਹਾਡਾ ਮਕਸਦ ਤਾਂ ਇਹ ਸੀਗਾ ਕਿ 370 ਧਾਰਾ ਤੋੜ ਕੇ, ਜੰਮੂ ਕਸ਼ਮੀਰ ਦੇ 2 ਟੋਟੇ ਕਰਕੇ, ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਅਸੀਂ ਉੱਥੇ ਡੈਮੋਗ੍ਰਾਫਿਕ ਚੇਂਜ ਲਿਆਵਾਂਗੇ। ਅਸੀਂ ਬਾਹਰੋਂ ਭਾਰਤ ਵਿੱਚੋਂ ਬੰਦੇ ਭੇਜ ਕੇ ਉੱਥੇ ਵੈਲੀ ਦੇ ਵਿੱਚ ਉਹਨਾਂ ਦੀ ਆਬਾਦੀ ਦਾ ਸੰਤੁਲਨ ਖਤਮ ਕਰ ਦਿਆਂਗੇ। ਕੋਈ ਗਿਆ ਉੱਥੇ? ਕੋਈ ਜਾਵੇਗਾ ਉੱਥੇ? ਇਸ ਤਰ੍ਹਾਂ ਦੇ ਭੈਭੀਤ ਮਾਹੌਲ ਵਿੱਚ ਉਹਨਾਂ ਨਾਲ ਇੱਕ ਮਜ਼ਾਕ ਹੋਇਆ, ਉਹਨਾਂ ਦੇ ਜ਼ਖਮਾਂ ਤੇ ਜਿੱਦਾਂ ਜੈਨੂਅਲੀ ਕਿਸੇ ਨੂੰ ਕਹਿੰਦੇ ਕਿ ਲੂਣ ਛਿੜਕਣ ਦੇ ਬਰਾਬਰ ਉਹ ਸਾਰੀ ਗੱਲ ਕੀਤੀ ਗਈ ਆ। ਉਸ ਨੂੰ ਵੀ ਸੁਧਾਰ ਕਰਨਾ ਚਾਹੀਦਾ। ਉਹ ਵੀ ਮਾਈਨੋਰਿਟੀਜ਼ ਨੇ, ਉਹ ਵੀ ਇਸ ਦੇਸ਼ ਵਿੱਚ ਘੱਟ ਗਿਣਤੀ ਨੇ। ਜੇ ਆਪਾਂ ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਟੈਰਰਾਈਜ਼ ਕਰਾਂਗੇ, ਸਟੇਟ ਟੈਰਰਿਜ਼ਮ ਦੇ ਥਰੂ, ਆ ਜਿਹੜਾ ਸਿਟੀਜ਼ਨ ਅਮੈਂਡਮੈਂਟ ਬਿੱਲ ਆਇਆ CAA, ਇਕੱਲੇ ਇੱਕ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਨਾਗਰਿਕਤਾ ਨਹੀਂ ਦੇਵਾਂਗੇ। ਕਿਉਂ ਨਹੀਂ ਦਿਓਗੇ? ਕੀ ਕਰ ਦਿੱਤਾ ਉਹਨਾਂ ਨੇ? ਜਿਹੜੇ ਬੈਠੇ ਨੇ ਸਾਰੇ ਦੇਸ਼ ਵਿੱਚ, ਕੀ ਮਾੜਾ ਕੀਤਾ ਉਹਨਾਂ ਨੇ? ਕੀ ਉਹਨਾਂ ਨੇ ਬਾਕੀ ਨਾਗਰਿਕਾਂ ਵਾਂਗੂ ਟੈਕਸ ਨਹੀਂ ਦਿੱਤਾ? ਜਾਂ ਉਹਨਾਂ ਨੇ ਇਸ ਦੇਸ਼ ਦੀ ਹਿਫਾਜ਼ਤ ਵਿੱਚ ਫੌਜਾਂ 'ਚ ਨਹੀਂ ਗਏ? ਬਹੁਤ ਸਾਰੇ ਮੁਸਲਮਾਨ ਫੌਜ ਵਿੱਚ ਫਿਰਦੇ ਨੇ। ਸੋ ਮੈਂ ਜ਼ਾਤ ਪਾਤ ਧਰਮ ਦੇ ਵਿੱਚ ਫਿਰ ਨਹੀਂ ਜਾਣਾ ਚਾਹੁੰਦਾ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ, ਵੈਸੇ ਨੋਰਮਲੀ ਆਈ ਡੂ ਨਾਟ ਸਪੋਰਟ ਜਥੇਦਾਰ ਜਿਹੜੇ ਬਾਦਲ ਸਾਹਿਬ ਦੇ SGPC ਦੇ ਅਪਾਇੰਟਡ ਨੇ, ਪਰ ਉਹਨੇ ਗੱਲ ਬਾਦਲੀਲ ਕੀਤੀ ਹੈ। ਮੈਂ ਉਹਨਾਂ ਦੀ ਇਸ ਦਲੀਲ ਦੀ ਤਾਈਦ ਕਰਦਾ ਵਾਂ ਔਰ ਫਿਰ ਰੀਇਟਰੇਟ ਕਰਦਾ ਵਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਤਾਈਓ ਇਹ ਮੰਗਾਂ ਉੱਠਦੀਆਂ ਨੇ। ਇਹ ਮੰਗਾਂ ਉੱਠਣ ਦੀ ਲੋੜ ਹੀ ਨਾ ਪਵੇ। ਭਾਰਤ ਸਰਕਾਰ ਇਸ ਤਰ੍ਹਾਂ ਨਾਲ ਡੀਲ ਕਰੇ ਕਿ ਇਹ ਮੰਗਾਂ ਨੂੰ ਉੱਠਣ ਵਾਸਤੇ ਨੌਬਤ ਹੀ ਨਾ ਆਵੇ। ਮੈਨੂੰ ਉਮੀਦ ਹੈ ਕਿ ਜਿਹੜੇ ਪੰਜਾਬ ਦੇ ਆਗੂ ਨੇ, ਉਹ, ਮੈਂ ਕੋਈ ਜ਼ਿਆਦਾ ਸਿਆਣਾ ਨਹੀਂ ਗਾ, ਪਰ ਇੰਨਾ ਘਬਰਾਹਟ ਵਿੱਚ ਆਣ ਕੇ ਆਪਣੇ ਹੀ ਟੱਬਰਾਂ ਤੇ ਉਂਗਲੀਆਂ ਚੱਕ ਲੈਣੀਆਂ ਜਾਂ ਆਪਣੇ ਹੀ ਲੋਕਾਂ ਨੂੰ
ਅੱਤਵਾਦੀ ਤੇ ਵੱਖਵਾਦੀ ਤੇ ਪਤਾ ਨਹੀਂ ਕੀ ਕੁਛ ਇਲਜ਼ਾਮ ਲਾ ਦੇਣਾ ਸ਼ੁਭਤਾ ਨਹੀਂ। ਉਮੀਦ ਕਰਦਾ ਜਿਹੜੇ ਸਮਝਦਾਰ ਲੋਕ ਨੇ, ਚਾਹੇ ਉਹ ਮੇਰੇ ਹਿੰਦੂ ਭਰਾ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਸਿੱਖ, ਜੈਨੀ, ਬੋਧੀ, ਜਿਹੜੇ ਸਮਝਦਾਰ ਨੇ ਉਹ ਇਸ ਗੱਲ ਨੂੰ ਇੱਕ ਪੋਜ਼ਿਟਿਵ ਪਰਸਪੈਕਟਿਵ 'ਚ ਲੈਣਗੇ, ਨੈਗੇਟਿਵ 'ਚ ਨਹੀਂ ਲੈਣਗੇ। ਤੇ ਜਿਹੜੇ ਨਾ ਸਮਝ ਨੇ, ਜਿਨ੍ਹਾਂ ਨੇ ਸਹੁੰ ਖਾਧੀ ਆ ਕਿ ਅਸੀਂ ਗਾਲ ਕੱਢਣੀ ਆ, ਆਪਣੀ ਧੀ ਭੈਣ ਨੂੰ ਆਪ ਹੀ ਗਾਲ ਕੱਢਣੀ ਆ, ਆਪੇ ਉਹਨਾਂ ਦੇ ਸਾਹਮਣੇ ਜਦੋਂ ਲਿਖਾਂਗੇ ਤੁਹਾਡੀਆਂ ਧੀਆਂ ਭੈਣਾਂ ਪੜ੍ਹਦੀਆਂ, ਉਹਨਾਂ ਨੂੰ ਖੁੱਲ੍ਹੀ ਆਜ਼ਾਦੀ ਹੈ ਕਿ ਤੁਸੀਂ ਜੋ ਕੁਛ ਮਰਜ਼ੀ ਲਿਖ ਸਕਦੇ ਹੋ। ਔਰ ਫਿਰ ਮੈਂ ਰੀਇਟਰੇਟ ਕਰਦਾ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੇ ਤੁਹਾਡੇ ਹਕੂਕ ਨੂੰ ਸਹੀ ਮਾਇਨਿਆਂ ਵਿੱਚ ਡਿਫੈਂਡ ਕਰ ਸਕੇ। ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਦਾ ਧੰਨਵਾਦ, ਥੈਂਕ ਯੂ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।